ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ ਕਰਾਂਗੇ ਜੋ ਸਾਡੀ 9ਵੀਂ ਕਲਾਸ ਦੀ ਤੀਜੀ ਕਹਾਣੀ ਹੈ, ਬੱਸ ਕੰਡਕਟਰ, ਜੋ ਕਿ ਸਾਡੇ ਸਮੈਸਟਰ 2 ਵਿੱਚ ਆਉਣੀ ਹੈ। ਇਹ ਦਲੀਪ ਕੌਰ ਟਿਵਾਣਾ ਜੀ ਦੁਆਰਾ ਲਿਖੀ ਹੋਈ ਹੈ। ਪਹਿਲਾਂ ਅਸੀਂ ਲੇਖਿਕਾ ਬਾਰੇ ਜਾਣ ਪਛਾਣ ਕਰਾਂਗੇ। ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਈਸਵੀ ਨੂੰ ਪਿੰਡ ਰੱਬੋ ਵਿਖੇ ਮਾਤਾ ਚੰਦ ਕੌਰ ਦੀ ਕੁੱਖੋਂ ਅਤੇ ਪਿਤਾ ਸ਼੍ਰੀ ਕਾਕਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਗ੍ਰਹਿ ਮਤਲਬ ਘਰ ਹੋਇਆ। ਛੋਟੀ ਉਮਰੇ ਹੀ ਉਹਨਾਂ ਦੀ ਭੂਆ ਇਹਨਾਂ ਨੂੰ ਪਟਿਆਲੇ ਲੈ ਗਈ, ਜਿੱਥੇ ਇਹਨਾਂ ਨੇ 1955 ਵਿੱਚ MA ਪਾਸ ਕੀਤੀ। ਸਰਕਾਰੀ ਕਾਲਜ ਧਰਮਸ਼ਾਲਾ ਵਿਖੇ ਲੈਕਚਰਾਰ ਦੀ ਨੌਕਰੀ ਕਰਨ ਤੋਂ ਬਾਅਦ 1963 ਈਸਵੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਬਤੌਰ ਲੈਕਚਰਾਰ, ਰੀਡਰ, ਪ੍ਰੋਫੈਸਰ ਅਤੇ ਡੀਨ ਦੀਆਂ ਸੇਵਾਵਾਂ ਨਿਭਾ ਕੇ ਇੱਥੋਂ ਹੀ ਇਹ ਸੇਵਾ ਮੁਕਤ ਹੋਏ, ਇੱਥੋਂ ਹੀ ਇਹ ਰਿਟਾਇਰ ਹੋਏ। ਅੱਜ ਕੱਲ੍ਹ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਾਈਫ ਫੈਲੋ ਹਨ। ਦਲੀਪ ਕੌਰ ਟਿਵਾਣਾ ਨੇ ਆਪਣਾ ਸਾਹਿਤਕ ਜੀਵਨ ਕਹਾਣੀਆਂ ਲਿਖਣ ਨਾਲ ਸ਼ੁਰੂ ਕੀਤਾ। 21 ਸਾਲ ਦੀ ਉਮਰ ਵਿੱਚ ਇਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਪ੍ਰਬਲ ਵਹਿਣ ਛਪਿਆ। ਤਰਾਟਾਂ, ਸਾਧਨਾ, ਵੇਦਨਾ, ਵੈਰਾਗੇ ਨੈਣ, ਤੂੰ ਭਰੀ ਹੁੰਗਾਰਾ ਆਦਿ ਇਹਨਾਂ ਦੇ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਇਸ ਤੋਂ ਇਲਾਵਾ ਇਹਨਾਂ ਨੇ ਨਾਵਲ, ਸਵੈ ਜੀਵਨੀ ਅਤੇ ਸਾਹਿਤਕ ਜੀਵਨੀਆਂ ਵੀ ਲਿਖੀਆਂ। ਦਲੀਪ ਕੌਰ ਟਿਵਾਣਾ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੇਸ਼ਾਂ ਵਿਦੇਸ਼ਾਂ 'ਚੋਂ ਵੀ ਕਾਫੀ ਸਨਮਾਨ ਮਿਲੇ। ਡਾਕਟਰ ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ। ਇਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਇਹ ਸੀ ਪਿਆਰੇ ਬੱਚਿਓ ਜੋ ਸਾਡੀ ਲੇਖਿਕਾ ਹੈ ਡਾਕਟਰ ਦਲੀਪ ਕੌਰ ਟਿਵਾਣਾ, ਇਹਨਾਂ ਦੇ ਜੀਵਨ ਬਾਰੇ। ਹੁਣ ਅਸੀਂ ਜੋ ਇਹਨਾਂ ਦਾ ਪਾਠ ਹੈ ਬੱਸ ਕੰਡਕਟਰ, ਉਸ ਨੂੰ ਪੜ੍ਹਾਂਗੇ। ਹੁਣ ਅਸੀਂ ਪੜ੍ਹਾਂਗੇ ਜੋ ਸਾਡੀ ਕਹਾਣੀ ਹੈ ਬੱਸ ਕੰਡਕਟਰ, ਉਸ ਨੂੰ। ਇਸ ਵਿੱਚ ਇੱਕ ਲੇਡੀ ਡਾਕਟਰ ਦਿਖਾਈ ਗਈ ਹੈ ਅਤੇ ਇੱਕ ਬੱਸ ਕੰਡਕਟਰ, ਜੋ ਕਿ ਡੇਲੀ ਸਫ਼ਰ ਕਰਦੀ ਹੈ ਬੱਸ ਵਿੱਚ। ਅਤੇ ਜੋ ਬੱਸ ਕੰਡਕਟਰ ਹੈ ਉਹ ਉਸ ਨੂੰ ਆਪਣੀ ਭੈਣ ਸਮਝਦਾ ਹੈ, ਜੋ ਕਿ ਉਸਦੀ ਭੈਣ ਮਰ ਚੁੱਕੀ ਹੈ, ਉਸਦੇ ਬਰਾਬਰ ਉਸਨੂੰ ਸਮਝਦਾ ਹੈ। ਇਸ ਵਿੱਚ ਇਹੀ ਦੱਸਿਆ ਗਿਆ ਹੈ ਅਤੇ ਇਹ ਉਹਨਾਂ ਦੀ ਅੱਗੇ ਅਸੀਂ ਕਹਾਣੀ ਪੜ੍ਹ ਕੇ ਪਤਾ ਕਰਦੇ ਹਾਂ ਗੱਲਬਾਤ। ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਵਾਲੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ, ਜਿਸ ਕਰਕੇ ਉਹ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਬੱਸ 'ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਅਤੇ ਆਥਣ ਨੂੰ ਪਰਤ ਆਉਂਦੀ, ਸ਼ਾਮ ਨੂੰ ਪਰਤ ਆਉਂਦੀ, ਵਾਪਸ ਆ ਜਾਂਦੀ। ਬੱਸਾਂ ਦੀ ਖੜਖੜ, ਗਰਮੀ, ਪਸੀਨਾ, ਭੀੜ ਅਤੇ ਕੰਡਕਟਰ ਦੀਆਂ ਬੇਹੂਦਾ ਹਰਕਤਾਂ, ਅਸੱਭਿਆ ਬੋਲਾਂ ਤੋਂ ਉਹਦਾ ਡਾਢਾ ਜੀ ਕਾਲਾ ਪੈਂਦਾ। ਡਾਢਾ ਮਤਲਬ ਬਹੁਤ ਜ਼ਿਆਦਾ ਉਸਦਾ ਜੀ ਜੋ ਸੀ ਕਾਲਾ ਪੈਂਦਾ, ਉਸਨੂੰ ਬਹੁਤ ਅਜੀਬ ਲੱਗਦਾ। ਪਰ ਕੁਝ ਦਿਨਾਂ ਦੀ ਹੀ ਤੇ ਗੱਲ ਹੈ, ਸੋਚ ਕੇ ਉਹ ਸਭੋ ਕੁਝ ਜਰ ਲੈਂਦੀ, ਸਭ ਕੁਝ ਸਹਿਣ ਕਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ 'ਤੇ ਡਿਊਟੀ ਹੁੰਦੀ, ਉਹ ਥੋੜ੍ਹੀ ਸੌਖੀ ਰਹਿੰਦੀ, ਕਿਉਂਕਿ ਉਸ ਬੱਸ ਦਾ ਕੰਡਕਟਰ ਬੜਾ ਸਾਊ ਦਿਸਦਾ ਸੀ। ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ ਹੈ। ਇੱਕ ਦਿਨ ਰੋਜ਼ਾਨਾ ਸਫ਼ਰ ਕਰਨ ਵਾਲੇ ਇੱਕ ਮੁਸਾਫਰ ਭਾਈ ਨੇ ਜੀਤ ਨੂੰ ਪੁੱਛਿਆ। ਜੀਤ ਕੌਣ ਹੈ? ਜੋ ਬੱਸ ਕੰਡਕਟਰ ਹੈ। ਤਾਂ ਜੋ ਸਫ਼ਰ ਕਰਨ ਵਾਲਾ ਮੁਸਾਫਿਰ ਸੀ, ਉਸਨੇ ਜੀਤ ਨੂੰ ਪੁੱਛਿਆ ਕਿ ਜੋ ਇਹ ਬੈਗ ਵਾਲੀ ਕੁੜੀ ਹੈ ਇਹ ਕਿਤੇ ਨੌਕਰੀ ਕਰਦੀ ਹੈ, ਕਾਸੇ ਵਿੱਚ ਨੌਕਰੀ ਕਰਦੀ ਹੈ। ਆਹੋ ਜੀ, ਡਾਕਟਰ ਨਹੀਂ ਹੈ, ਵੱਡੀ ਡਾਕਟਰ ਨਹੀਂ। ਆਂਦੇ ਨੇ ਪੂਰਾ 300 ਰੁਪਇਆ ਤਨਖਾਹ ਲੈਂਦੀ ਹੈ। ਆਂਦੇ ਨੇ ਮਤਲਬ ਆਖਦੇ ਨੇ ਕਿ ਪੂਰਾ 300 ਰੁਪਇਆ ਤਨਖਾਹ ਲੈਂਦੀ ਹੈ। ਜੀਤ ਨੇ ਟਿਕਟ ਫੜਾਉਂਦਿਆਂ ਹੌਲੀ ਜਿਹੀ ਦੱਸਿਆ, ਜੀ ਅੱਜ ਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ, ਤਦੇ ਤਾਂ ਆਦਮੀਆਂ ਦਾ ਰੋਹਬ ਨਹੀਂ ਰਿਹਾ। ਨਾਲ ਹੀ ਸੀਟ 'ਤੇ ਬੈਠੇ ਅਧਖੜ ਜਿਹੇ ਬੰਦੇ ਨੇ ਆਖਿਆ। ਅਧਖੜ ਮਤਲਬ 50-55 ਸਾਲਾਂ ਦਾ ਅਧਖੜ ਉਮਰ ਦਾ ਬੰਦਾ। ਜੀ ਭਾਵੇਂ ਕਿੰਨਾ ਹੀ ਕਮਾਉਣ, ਘਰਾਨਿਆਂ ਦੀਆਂ ਕਾਹਨੂੰ ਆਦਮੀਆਂ ਸਾਹਮਣੇ ਅੱਖਾਂ ਚੁੱਕਦੀਆਂ ਹਨ। ਘਰਾਨਿਆਂ ਮਤਲਬ ਖਾਨਦਾਨੀ। ਅਤੇ ਆਹ ਕੁੜੀ ਡਾਕਟਰ ਨਹੀਂ, ਮੈਂ ਕਈ ਵਾਰੀ ਪਟਿਆਲੇ ਜਾਂਦਾ ਰਹਿੰਦਾ ਵਾ, ਦੇਖੀ ਹੈ। ਸਹੁਰੀ ਦੇ ਜਾਣੀ ਮੂੰਹ ਵਿੱਚ ਬੋਲ ਨਹੀਂ। ਮੂੰਹ ਵਿੱਚ ਬੋਲ ਨਹੀਂ ਮਤਲਬ ਬਹੁਤ ਸ਼ਰੀਫ ਹੈ, ਸਾਊ ਹੈ। ਪਾਲੀ ਬੱਸ ਵੱਲ ਤੱਕਦਿਆਂ ਸੀਟ 'ਤੇ ਬੈਠੇ ਇੱਕ ਸਰਦਾਰ ਨੇ ਆਖਿਆ, ਯਾ ਰੱਬ, ਸਾਡੀ ਵੀ ਕਿਸੇ ਗੱਲ ਵਿੱਚ ਹੀ ਕਰਦੇ ਹੋਏ ਫਿਕਰਾਂ ਵਿੱਚ ਹੀ ਰਹਿ ਗਿਆ। ਜਦੋਂ ਟਿਕਟ ਫੜਾਉਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੌਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਅਤੇ ਆਖਿਆ, ਕਿਉਂ ਬਈ ਓਏ, ਜਾਣ ਦੀ ਸਲਾਹ ਹੈ ਜਾਂ ਲਾ ਦਿਆਂ ਹੁਣੇ ਪੁੰਜੇ? ਪੁੰਜੇ ਮਤਲਬ ਹੁਣੇ ਤੈਨੂੰ ਥੱਲੇ ਲਾ ਦਿਆਂ ਹੇਠਾਂ।
मैं ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਹੋ। ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ ਉਹ ਅੱਗੋਂ 10 ਦਾ ਨੋਟ ਕੱਢ ਕੇ ਫੜਾਉਣ ਲੱਗੀ। ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ, ਆਖ ਉਹ ਅਗਾਂਹ ਲੰਘ ਗਿਆ। ਅੱਗੋਂ ਇੱਕ ਬੁੱਢੀ ਨੇ ਵੀ ਹੋਰ 10 ਦਾ ਨੋਟ ਹੀ ਕੱਢਿਆ। ਮਾਈ ਟੁੱਟੇ ਪੈਸੇ ਨਹੀਂ ਮੇਰੇ ਕੋਲ, 10.5 ਆਨੇ ਸਾਰੇ ਭਾੜੇ ਦੇ ਹੁੰਦੇ ਨੇ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਹੋ, ਚੰਗਾ ਜਿਹਾ ਪੈਸੇ ਬਣਾ ਲਿਆ। ਉੱਤਰ ਕੇ ਜੀਤ ਨੇ ਜਰਾ ਸਖਤ ਆਵਾਜ਼ ਨਾਲ ਆਖਿਆ, ਵੇ ਪੁੱਤਾ ਐਨੇ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਏ, ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇਵੀਂ। ਬੁੱਢੀ ਨੇ ਤਰਲੇ ਨਾਲ ਆਖਿਆ, ਅੱਛਾ ਮਾਈ ਬੈਠ ਜਾ, ਆਖ ਕੇ ਉਹ ਟਿਕਟ ਕੱਟਣ ਲੱਗ ਪਿਆ। ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ। ਬੱਸ ਰਖੜਾ, ਕਲਿਆਣ ਤੇ ਰੋਲੀ ਪਿੱਛੇ ਛੱਡਦੀ ਹੋਈ ਚੰਗੀ ਕੋਲ ਪਹੁੰਚ ਗਈ। ਯਾਰ ਅੱਜ ਇੱਧਰ ਦੀ ਚੱਲੀ, ਨੀਲਾ ਭਵਨ ਕੰਨੀ ਦੀ, ਜੀਤ ਨੇ ਡਰਾਈਵਰ ਨੂੰ ਆਖਿਆ ਕਿ ਅੱਜ ਨੀਲਾ ਭਵਨ ਕੰਨੀ ਦੀ ਜਾਣਾ ਹੈ, ਕਿਉਂਕਿ ਜੋ ਪਾਲੀ ਦਾ ਹਸਪਤਾਲ ਸੀ ਉੱਥੋਂ ਨੇੜੇ ਪੈਂਦਾ ਸੀ, ਇਸ ਲਈ ਉਸਨੇ ਬੱਸ ਨੂੰ ਉੱਧਰ ਦੀ ਨਿਕਲਵਾਇਆ। ਗੁਰਦੁਆਰੇ ਵੱਲ ਜਾਣ ਵਾਲੀਆਂ ਜੋ ਸਵਾਰੀਆਂ ਬੈਠੀਆਂ ਸੀ ਉਹ ਬੁੜਬੁੜਾਈਆਂ, ਪਰ ਹੁਣ ਤੱਕ ਤਾਂ ਬੱਸ ਮੁੜ ਕੇ ਸਿੱਧੀ ਸੜਕ ਵੀ ਪੈ ਚੁੱਕੀ ਸੀ। ਫੂਲ ਸਿਨੇਮਾ ਕੋਲ ਕੰਡਕਟਰ ਨੇ ਘੰਟੀ ਕਰਕੇ ਬੱਸ ਰੋਕ ਲਈ ਤੇ ਬਾਰੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, ਤੁਸੀਂ ਇੱਥੇ ਉਤਰ ਜਾਓ, ਹਸਪਤਾਲ ਨੇੜੇ ਰਹੂਗਾ। ਪਾਲੀ ਕਾਹਲੀ ਨਾਲ ਉਤਰ ਗਈ, ਕਾਹਲੀ ਨਾਲ ਜਲਦੀ ਨਾਲ ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ਵਿਚਾਰਾ ਬੜਾ ਚੰਗਾ ਕੰਡਕਟਰ ਹੈ, ਉਹਨੂੰ ਇੱਕ ਵਾਰੀ ਖਿਆਲ ਆਇਆ। ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆ ਜਦੋਂ ਸਟੇਸ਼ਨ 'ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇੱਕ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ੍ਹ ਕੇ, ਗਲਮਾ ਮਤਲਬ ਕੁੜਤੇ ਦੇ ਕਮੀਜ਼ ਦਾ ਜੋ ਗਲਾ ਹੁੰਦਾ ਹੈ, ਬਟਨ ਖੋਲ੍ਹ ਕੇ ਅਵਾਰਾ ਫਿਲਮ ਦਾ ਗਾਣਾ ਗੁਣਗੁਣਾਉਂਦਾ 2-3 ਵਾਰੀ ਪਾਲੀ ਦੇ ਅੱਗੋਂ ਲੰਘਿਆ। ਪਤਾ ਨਹੀਂ ਕਿਉਂ ਲੋਕੀ ਇਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ। ਅੱਖਾਂ ਪਾੜ-ਪਾੜ ਮਤਲਬ ਮਾੜੀ ਨਜ਼ਰ ਨਾਲ ਦੇਖਣਾ ਜਾਂ ਤਾੜਨਾ। ਅਗਲੇ ਦਿਨ ਫਿਰ ਚਾਂਸ ਅਜਿਹਾ ਹੋਇਆ ਕਿ ਜਦੋਂ ਨਾਭੇ ਅੱਡੇ 'ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਚਾਂਸ ਮਤਲਬ ਮੌਕਾ ਜਾਂ ਸੰਜੋਗ, ਤੇ ਬਿਨਾਂ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜ ਕੇ ਉਤਾਰ ਰਿਹਾ ਸੀ। ਉਹ ਇੱਕ ਪਲ ਪਾਲੀ ਕੋਲ ਆਇਆ ਤੇ ਆਖਣ ਲੱਗਾ, ਤੁਸੀਂ ਅਗਲੀ ਸੀਟ 'ਤੇ ਝੋਲਾ ਚੁੱਕ ਕੇ ਬੈਠ ਜਾਵੋ। ਝੋਲਾ ਮਤਲਬ ਥੈਲਾ ਚੁੱਕ ਕੇ ਬੈਠ ਜਾਵੋ, ਤੁਹਾਡੀ ਖਾਤਰ ਸੀਟ ਰੱਖੀ ਹੈ। ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ 'ਤੇ ਜਾ ਬੈਠੀ। ਘੂਰਦੀਆਂ ਨਜ਼ਰਾਂ ਮਤਲਬ ਉਸਨੂੰ ਅਜੀਬ ਨਜ਼ਰ ਨਾਲ ਦੇਖ ਰਹੀਆਂ ਸਨ। ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ। ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਹੈ। ਪਾਲੀ ਨੂੰ ਦਿਲ ਵਿੱਚ ਇੱਕ ਵਾਰੀ ਫੇਰ ਖਿਆਲ ਆਇਆ ਕਿ ਇਹ ਬਹੁਤ ਚੰਗਾ ਹੈ। ਬਦਲੀ ਮੁੜ ਨਾਭੇ ਦੀ ਕਰਾਉਣ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀ, ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜ-ਖੜ, ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ 'ਤੇ ਚੜ੍ਹੇ ਰਹਿੰਦੇ। ਕਈ ਵਾਰ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ, ਉਹਦੇ ਵਧੀਆ ਕੱਪੜੇ ਵੱਟ-ਵੱਟ ਹੋ ਜਾਂਦੇ, ਮਤਲਬ ਸਿਲਵਟਾਂ ਪੈ ਜਾਂਦੀਆਂ, ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਉਣ ਲਾ ਦਿੰਦੀ, ਪਸੀਨੇ ਦੀ ਸਮੈਲ। ਫਿਰ ਇੱਕ ਦਿਨ ਜਦੋਂ ਪਾਲੀ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ, ਆਖ ਜੀਤ ਅੱਗੋਂ ਲੰਘ ਗਿਆ। ਤਾਂ ਪਾਲੀ ਕਹਿਣ ਲੱਗੀ, ਨਹੀਂ ਬਾਈ, ਬਾਈ ਮਤਲਬ ਭਾਈ, ਪੈਸੇ ਲੈ ਲੈ। ਪਾਲੀ ਨੇ ਜ਼ੋਰ ਲਾਇਆ, ਕੀ ਫਰਕ ਪੈ ਚੱਲਿਆ ਏ, ਆਖ ਉਹ ਹੋਰ ਅਗਾਂਹ ਹੋ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ। ਝਗੜਾ ਕਰਨਾ ਪਾਲੀ ਨੂੰ ਚੰਗਾ ਨਾ ਲੱਗਿਆ ਤੇ ਉਹ ਚੁੱਪ ਕਰਕੇ ਬੈਠ ਗਈ। ਸਾਰੇ ਰਾਹ ਵਿੱਚ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਾ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ। 300 ਰੁਪਏ ਕਮਾਉਣ ਵਾਲੇ ਡਾਕਟਰ ਕੁੜੀ ਲਈ 10.5 ਆਨੇ ਭਲਾ ਕੀ ਮਾਇਨੇ ਰੱਖਦੇ ਹਨ। ਅਗਲੇ ਦਿਨ ਉਹ ਜਾਣ ਕੇ 5 ਮਿੰਟ ਦੇਰ ਨਾਲ ਗਈ। ਉਸਨੇ ਸੋਚਿਆ, ਅੱਜ ਪੀਪਲ ਬੱਸ 'ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ 'ਤੇ ਜਾਵਾਂਗੀ। ਕੀ ਫਜ਼ੂਲ ਗੱਲ ਏ, ਸਵਾਰੀ ਤੋਂ ਪੈਸੇ ਹੀ ਨਾ ਲਏ ਜਾਣ, ਕਿ ਉਸਨੇ ਮੇਰੇ ਤੋਂ ਪੈਸੇ ਨਹੀਂ ਲਿੱਤੇ। ਪਰ ਉਹ ਇਹ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰੀ ਜਾ ਰਿਹਾ ਸੀ। ਓਏ ਆਉਂਦਾ ਹੁਣ, ਕਿਉਂ ਭੈਰਵੀਂ ਵੱਡੀ ਹੈ, ਐਡੀ ਛੇਤੀ ਜਾਣਾ, ਮੀਂਹ ਆਉਂਦਾ ਏ, ਜੀਤ ਨੇ ਹੌਲੀ ਹੌਲੀ ਆਉਂਦਿਆਂ ਹੋਇਆ ਆਖਿਆ। ਜੀਤ ਨੇ ਕਿਹਾ ਕਿ ਕਿਹੜਾ ਮੀਂਹ ਆਈ ਜਾਂਦਾ ਹੈ, ਤੂੰ ਇੰਨੀ ਜ਼ਿਆਦਾ ਕਾਹਲੀ ਕਰ ਰਿਹਾ ਹੈ। ਅੱਗੇ ਪਹੁੰਚਣਾ ਹੈ ਕਿ ਨਹੀਂ, ਡਰਾਈਵਰ ਨੇ ਆਖਿਆ ਕਿ ਅੱਗੇ ਪਹੁੰਚਣਾ ਹੈ ਕਿ ਨਹੀਂ, ਮੜਕਾ ਨਾਲ ਹੀ ਆਉਂਦਾ ਹੈ। ਮੜਕਾ ਮਤਲਬ ਆਕੜਾ ਜਾਂ ਨਖਰਿਆਂ ਨਾਲ ਆਉਂਦਾ ਹੈ। ਡਰਾਈਵਰ ਬੋਲਿਆ, ਚਲੋ ਬੀਬੀ ਬੈਠੋ ਅਗਲੀ ਸੀਟ 'ਤੇ। ਜੀਤ ਨੇ ਪਾਲੀ ਨੂੰ ਕਿਹਾ। ਤਾਕੀ ਖੋਲ੍ਹਦਿਆਂ ਜੀਤ ਨੇ ਆਖਿਆ, ਮੇਮ ਸਾਹਿਬਾਂ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ,
ਪਿੱਛੋਂ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰਕ ਹੌਲੀ ਜਿਹੀ ਬੋਲਿਆ, ਜੋ ਡੇਲੀ ਉਸ ਬੱਸ ਵਿੱਚ ਜਾਂਦਾ ਸੀ ਕਲਰਕ। ਉਹ ਬੋਲਿਆ ਕਿ ਮੇਮ ਸਾਹਿਬਾ ਤੋਂ ਬਿਨਾਂ ਕਿਵੇਂ ਬੱਸ ਤੁਰ ਪੈਂਦੀ। ਜੀਤ ਨੇ ਘੂਰ ਕੇ ਉਹਦੇ ਵੱਲ ਵੇਖਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਜਦੋਂ ਜੀਤ ਨੇ ਗੁੱਸੇ ਨਾਲ ਉਸਨੂੰ ਦੇਖਿਆ ਤਾਂ ਸਾਰੇ ਦੇ ਸਾਰੇ ਜੋ ਸੀ ਚੁੱਪ ਕਰ ਗਏ ਅਤੇ ਬੱਸ ਚੱਲ ਪਈ। ਪਾਲੀ ਨੇ ਪੈਸੇ ਕੱਢੇ, ਪਰ ਉਹਦੇ ਬਾਰ-ਬਾਰ ਆਖਣ 'ਤੇ ਜੀਤ ਨੇ ਨਾ ਕਰ ਦਿੱਤੀ। ਜੀਤ ਨੇ ਇਸ ਵਾਰ ਵੀ ਟਿਕਟ ਦੇ ਪੈਸੇ ਨਾ ਲਿੱਤੇ। ਪਾਲੀ ਨੂੰ ਡਾਢਾ ਗੁੱਸਾ ਆਇਆ। ਪਾਲੀ ਨੂੰ ਬਹੁਤ ਸਾਰਾ ਗੁੱਸਾ ਆਇਆ। ਇਸ ਬੇਈਮਾਨੀ ਵਿੱਚ ਉਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ, ਕਿਉਂਕਿ ਉਹ ਟਿਕਟ ਨਹੀਂ ਲੈ ਰਿਹਾ ਤਾਂ ਇਸ ਬੇਈਮਾਨੀ ਵਿੱਚ ਕਹਿੰਦੀ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ। ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ। ਪਰ ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ। ਉਸਨੇ ਕਿਹਾ ਕਿ ਕੰਪਨੀ ਨਾਲ ਤਾਂ ਇਹ ਧੋਖਾ ਹੀ ਕਰ ਰਿਹਾ ਹੈ। ਉਹ ਸੋਚ ਹੀ ਰਹੀ ਸੀ ਕਿ ਬੱਸ ਖੜੀ ਕਰ ਇੱਕ ਚੈੱਕਰ ਚੜ੍ਹ ਪਿਆ। ਉਸ ਵਿੱਚ ਟਿਕਟਾਂ ਚੈੱਕ ਕਰਨ ਵਾਸਤੇ ਚੈੱਕਰ ਆ ਗਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਵੇਖ ਰਿਹਾ ਸੀ ਤਾਂ ਪਾਲੀ ਤੇਲੀਓ ਤੇਲੀ ਹੋ ਰਹੀ ਸੀ। ਕਿਸੇ ਔਕੜ ਵਿੱਚ ਘਬਰਾਉਣਾ ਆਇਆ, ਸ਼ਰਮਿੰਦਗੀ ਵਿੱਚ ਪਸੀਨਾ ਆਉਣਾ, ਤੇਲੀਓ ਤੇਲੀ ਹੋਣਾ। ਤਾਂ ਜੋ ਪਾਲੀ ਸੀ ਉਹ ਘਬਰਾ ਗਈ ਸੀ ਬਿਲਕੁਲ। ਤੁਸੀਂ ਨਾ ਪਾਲੀ ਸੋਚ ਰਹੀ ਸੀ ਕਿ ਕਿੱਡੀ ਸ਼ਰਮ ਦੀ ਗੱਲ ਹੈ ਕਿ ਮੇਰੇ ਕੋਲ ਤਾਂ ਟਿਕਟ ਹੀ ਨਹੀਂ ਹੈ, ਮੈਂ ਆਖ ਦਿਆਂਗੀ ਕਿ ਕੰਡਕਟਰ ਨੇ ਦਿੱਤਾ ਹੀ ਨਹੀਂ। ਉਹ ਸੋਚ ਹੀ ਰਹੀ ਸੀ ਮੈਂ ਮੰਗਿਆ ਸੀ, ਉਹਨੇ ਸੋਚਿਆ ਪਰ ਵਿਚਾਰਾ ਫਸੇਗਾ। ਨਹੀਂ, ਕਹਿ ਦਿਆਂਗੀ ਮੈਂ ਲੈਣਾ ਭੁੱਲ ਗਈ। ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ। ਉਹਦੇ ਅੰਦਰ ਬਹਿਸ ਹੋਣ ਲੱਗੀ, ਉਹਦੇ ਮਨ ਵਿੱਚ ਹੀ ਬਹਿਸ ਹੋਣ ਲੱਗੀ ਕਿ ਮੈਂ ਕਿਉਂ ਝੂਠ ਬੋਲਾਂ। ਐਨੇ ਨੂੰ ਚੈੱਕਰ ਉਹਦੇ ਕੋਲ ਆ ਪਹੁੰਚਿਆ। ਜੀ ਟਿਕਟ, ਚੈੱਕਰ ਨੇ ਪਾਲੀ ਨੂੰ ਪੁੱਛਿਆ। ਚੈੱਕਰ ਨੇ ਅਜੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ, ਇਹ ਬੀਬੀ ਮੇਰੀ ਭੈਣ ਹੈ, ਇਹਨਾਂ ਦਾ ਟਿਕਟ ਮੇਰੇ ਕੋਲ ਹੈ। ਟਿਕਟ ਵੇਖ ਕੇ ਚੈੱਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਖੂਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿੱਚ ਮੁਸਕਰਾਇਆ ਮਤਲਬ ਅੱਖਾਂ ਹੀ ਅੱਖਾਂ ਵਿੱਚ ਉਹ ਹਾਸਿਆ। ਉਸਨੂੰ ਇਹ ਲੱਗਿਆ ਕਿ ਇਹ ਤਾਂ ਕਿੱਥੇ ਕੱਪੜੇ ਪਾਟੇ ਕੱਪੜਿਆਂ ਵਾਲਾ ਤੇ ਇਹ ਕੀਮਤੀ ਸਾੜੀ ਵਾਲੀ ਡਾਕਟਰਨੀ, ਇਹ ਇਸ ਦੀ ਭੈਣ ਕਿਵੇਂ ਹੋ ਸਕਦੀ ਹੈ। ਜੀਤ ਲੋਹਾ ਲਾਖਾ ਹੋ ਗਿਆ। ਚੈੱਕਰ ਛੇਤੀ ਨਾਲ ਬੱਸ ਵਿੱਚੋਂ ਉਤਰ ਗਿਆ। ਲੋਹਾ ਲਾਖਾ ਕ੍ਰੋਧ ਕਰਨਾ ਹੈ, ਲਾਲ ਪੀਲਾ ਹੋਣਾ। ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ ਕਿ 60 ਰੁਪਇਆਂ ਵਿੱਚ ਗੁਜ਼ਾਰਾ ਕਰਨ ਵਾਲਾ, 60 ਰੁਪਏ ਕਮਾਉਣ ਵਾਲਾ ਖਬਰੇ ਕਿਸੇ ਦਿਨ ਰੋਟੀ ਖੂਨੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ ਕਿ ਵਿਚਾਰਾ ਰੋਟੀ ਵੀ ਖਾਂਦਾ ਹੈ ਜਾਂ ਨਹੀਂ, ਕਿ 60 ਰੁਪਏ ਤਾਂ ਉਹ ਕਮਾਉਂਦਾ ਹੈ ਅਤੇ ਉਸ ਵਿੱਚੋਂ ਮੇਰੀ ਟਿਕਟ ਦੇ ਪੈਸੇ ਵੀ ਦੇ ਦਿੰਦਾ ਹੈ। ਪਤਾ ਨਹੀਂ ਵਿਚਾਰਾ ਰੋਟੀ ਵੀ ਖਾਂਦਾ ਹੈ ਨਹੀਂ, ਕਿਸੇ ਟਾਈਮ ਰੋਟੀ ਖਾਣੋਂ ਵੀ ਰਹਿ ਜਾਂਦਾ ਹੋਊਗਾ। ਹਸਪਤਾਲ ਵਿੱਚ ਪਾਲੀ ਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ। ਉਸਨੂੰ ਡਾਢੀ ਬੇਚੈਨੀ ਹੋਈ। ਡਾਢੀ ਮਤਲਬ ਬਹੁਤ ਸਾਰੀ ਬੇਚੈਨੀ ਹੋਈ, ਬਹੁਤ ਜ਼ਿਆਦਾ ਬੇਚੈਨੀ ਹੋਈ। ਸ਼ਾਮ ਨੂੰ ਜਦੋਂ ਅੱਡੇ 'ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ ਉਦਾਸ ਜੀਤ ਉਹਦੇ ਕੋਲ ਆਇਆ। ਜਦੋਂ ਸ਼ਾਮ ਨੂੰ ਬੱਸ ਸਟੈਂਡ 'ਤੇ ਪਹੁੰਚੀ ਤਾਂ ਜੀਤ ਉਸਦੇ ਕੋਲ ਆਇਆ। ਹੁਣ ਜੀਤ ਉਸਨੂੰ ਦੱਸਦਾ ਹੈ, ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿੱਚ ਪੜ੍ਹਦੀ ਸੀ ਹੱਲਿਆਂ ਵੇਲੇ। ਹੱਲਿਆਂ ਮਤਲਬ ਜਦੋਂ 1947 ਦੇ ਦੰਗੇ ਹੋਏ ਸੀ। ਮਾਰੀ ਗਈ। ਬਾਕੀ ਘਰ ਦੇ ਵੀ ਮਰ ਗਏ। ਮੈਂ ਰੁਲਦਾ ਖੁੱਲਦਾ ਇੱਧਰ ਆ ਗਿਆ। ਪੜ੍ਹਾਈ ਵੀ ਕਿੱਥੋਂ ਹੋਣੀ ਸੀ, ਕਈ ਵਾਰ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਕੰਡਕਟਰ ਬਣ ਗਿਆ। ਤੁਹਾਡਾ ਬੈਗ 'ਤੇ ਟੂਟੀਆਂ ਜਿਹੀਆਂ ਦੇਖ ਕੇ, ਟੂਟੀਆਂ ਜਿਹੀਆਂ ਉਹ ਸੈਥੋਸਕੋਪ ਨੂੰ ਕਹਿੰਦਾ ਹੈ ਜੋ ਡਾਕਟਰ ਰੱਖਦੇ ਹਨ, ਦੇਖ ਕੇ ਮੈਨੂੰ ਅਮਰਜੀਤ ਯਾਦ ਆ ਜਾਂਦੀ ਹੈ। ਅਮਰਜੀਤ ਉਸਦੀ ਭੈਣ ਦਾ ਨਾਮ ਹੈ। ਅਤੇ ਉਹ ਅੱਗੋਂ ਉਹਦਾ ਗਲਾ ਭਰ ਆਇਆ ਅਤੇ ਉਸਦਾ ਗਲਾ ਭਰ ਆਇਆ, ਰੋਣ ਲੱਗ ਪਿਆ। ਉਸਦਾ ਮਨ ਭਰ ਆਇਆ। ਪਾਲੀ ਡਾਢੀ ਬੇਚੈਨ ਹੋਈ। ਫਿਰ ਪਾਲੀ ਬਹੁਤ ਬੇਚੈਨ ਹੋਈ। ਉਹਨੂੰ ਸਮਝ ਨਾ ਲੱਗੇ ਕਿ ਉਹ ਕੀ ਆਖੇ। ਐਨੇ ਨੂੰ ਬੱਸ ਆ ਗਈ। ਉਹ ਕਾਹਲੀ ਨਾਲ ਉੱਧਰ ਨੂੰ ਤੁਰ ਪਿਆ ਅਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ। ਉਸ ਨੂੰ ਪਿਆਰ ਭਰੀਆਂ ਅੱਖਾਂ ਨਾਲ ਤੱਕਦੀ ਰਹੀ। ਤਾਂ ਇਹ ਸੀ ਪਿਆਰੇ ਬੱਚੋ ਤੁਹਾਡੀ ਕਹਾਣੀ ਬੱਸ ਕੰਡਕਟਰ। ਜੇ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।